जी आवाज आ रही है। अभी तरह आवाज आ रही मेरी? Yes, sir. हाँ जी, ਅੱਜ ਦਾ ਟੌਪਿਕ ਜਿਹੜਾ ਹੈਗਾ ਆ ਮੀਨੀਆ ਐਂਡ ਅਲਜ਼ਾਈਮਰ ਡਿਜ਼ੀਜ਼। ਅਲਜ਼ਾਈਮਰ ਬੱਚੇ ਆ ਰਹੇ ਆ 8 9 ਆ ਜਾਓ फटाफट। ਅੱਛਾ, ਅੱਜ ਦੀ ਤੁਹਾਡੇ ਦੋ ਟੌਪਿਕ ਨੇ। ਕੱਲ ਤੁਸੀਂ ਡਿਪਰੈਸ਼ਨ ਕੀਤਾ ਸੀ ਨਾ, ਸਾਈਕੋਸਿਸ Yes, ਡਿਪਰੈਸ਼ਨ। sir. ਅੱਜ ਹੈਗਾ ਮੀਨੀਆ ਐਂਡ ਅਲਜ਼ਾਈਮਰ ਡਿਜ਼ੀਜ਼। ਮੈਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਸਮਝਾ ਦਵਾਂ ਕੀ ਹੁੰਦਾ ਕੀ ਹੈ। ਜਿਹੜੀ ਮੀਨੀਆ ਆ, ਕਿਸੇ ਨੂੰ ਮੀਨੀਆ ਇੱਕ ਬੋਲ ਦਿੰਦੇ ਆ। ਮੀਨੀਆ ਕੰਡੀਸ਼ਨ ਆ ਐਕਸਟ੍ਰੀਮ ਐਲੀਵੇਟਡ ਮੂਡ। ਕਿਸੇ ਨੂੰ ਪਾਗਲ ਬੋਲ ਸਕਦੇ ਆ, ਜਿੱਦਾਂ ਪਾਗਲ ਕਹਿ ਦਿੰਦੇ ਨੇ ਕਿ ਮੈਨੂੰ ਪਾਗਲ ਹੋ ਗਿਆ। ਤੁਸੀਂ ਬਾਈਪੋਲਰ ਡਿਸਆਰਡਰ ਦਾ ਕੱਲ ਮੈਂ ਤੁਹਾਨੂੰ ਦੱਸਿਆ ਸੀ, ਜਿਹੜਾ ਡਿਪਰੈਸ਼ਨ ਦੀ ਕ੍ਰੋਨਿਕ ਸਟੇਜ ਹੁੰਦੀ ਉਹ ਬਾਈਪੋਲਰ ਹੋ ਜਾਂਦੀ ਹੈ। ਉਹ ਤੋਂ ਵੀ ਐਕਸਟ੍ਰੀਮ ਜੇ ਕੋਈ ਗੱਲ ਕਰਦੀ ਆ ਉਹਨੂੰ ਮੀਨੀਆ ਬੋਲ ਦਿੰਦੇ ਆ। ਇਹਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਦਾ ਜਿਹੜਾ ਮੂਡ ਆ ਉਹ ਐਕਸਟ੍ਰੀਮ ਐਲੀਵੇਟ ਹੋ ਜਾਂਦਾ ਹੈ। ਕੋਈ ਵੀ ਚੀਜ਼ ਚੱਕ ਕੇ ਮਾਰ ਸਕਦਾ ਤੁਹਾਡੇ। ਜਿੱਦਾਂ ਕਹਿ ਲਓ ਕਿ ਨੋਰਮਲ ਪਰਸਨ ਆ ਉਹ ਬਹੁਤ ਸੋਚ ਸਮਝ ਕੇ ਚੱਲੇਗਾ, ਬਟ ਜਿਹੜਾ ਮੇਨੀਅਕ ਹੈਗਾ ਉਹ ਐਕਸਟ੍ਰੀਮ ਐਲੀਵੇਟਡ ਹੋ ਜਾਂਦਾ ਉਹਦਾ ਮੂਡ, ਹੈ ਨਾ। એનર્ਜੀ ਐਂਡ ਅਨਯੂਜ਼ੂਅਲ ਥਾਟਸ ਪੈਟਰਨ, ਉਹਦੇ ਸੋਚਣ ਦਾ ਤਰੀਕਾ, ਗੱਲ ਕਰਨ ਦਾ ਤਰੀਕਾ, ਹਰਕਤਾਂ ਤੋਂ ਪਤਾ ਲੱਗ ਜਾਂਦਾ ਹੈ। ਹੁਣ ਦੇਖੋ, ਕਹਿੰਦੇ ਦੇयर ਆਰ ਸੈਵਰਲ ਕਾਜ਼ਿਸ ਆਫ ਮੇਨੀਆ। ਮੇਨੀਆ ਦੇ ਬਹੁਤ ਜ਼ਿਆਦਾ ਕਾਜ਼ ਹੋ ਸਕਦੇ ਆ, ਬਟ ਇਟ ਇਜ਼ ਆਫਨ ਐਸੋਸੀਏਟਡ ਵਿਦ ਬਾਈਪੋਲਰ ਡਿਸਆਰਡਰ। ਮਤਲਬ ਕਿ ਜੇ ਤੁਹਾਨੂੰ ਡਿਪਰੈਸ਼ਨ ਆਉਂਦਾ ਆ, ਜਿੱਦਾਂ ਕੱਲ ਮੈਂ ਕਰਵਾਇਆ ਸੀ, ਠੀਕ ਹੈ, ਡਿਪਰੈਸ਼ਨ ਆਉਂਦਾ ਹੈ, ਦੈਨ ਮੇਨੀਆ ਉਹ ਤੋਂ ਇੱਕ ਸਟੈਪ ਉੱਪਰ ਆ, ਠੀਕ ਹੈ। ਸੋ ਐਸੋਸੀਏਟਡ ਵਿਦ ਯੂਅਰ ਬਾਈਪੋਲਰ ਡਿਸਆਰਡਰ। ਅੱਛਾ, ਮੀਨੀਆ ਦੇ ਵਿੱਚ ਕੀ ਆ, ਇਨ ਐਕਸਟ੍ਰੀਮ ਕੇਸਿਸ, ਮੀਨੀਆ ਦੀ ਐਕਸਟ੍ਰੀਮ ਕੇਸਿਸ ਦੇ ਵਿੱਚ ਇਟ ਇੰਡਿਊਸ ਹੈਲੂਸੀਨੇਸ਼ਨ ਐਂਡ ਸਾਈਕੋਟਿਕ ਸਿੰਪਟਮਸ। ਮਤਲਬ ਕੀ ਆ, ਉਹ ਕੋਈ ਸਾਰੇ ਜਿਹੜੇ ਤੁਹਾਨੂੰ ਮੈਂ ਕੱਲ ਕਰਵਾਇਆ ਸੀ, ਸਾਈਕੋਸਿਸ ਦੇ ਹੋ ਗਏ ਚਾਹੇ ਡਿਪਰੈਸ਼ਨ ਦੇ ਹੋਏ, ਉਹ ਸਾਰੇ ਕੰਬਾਈਨਡ ਸਿੰਪਟਮਸ ਇਹਦੇ ਵਿੱਚ ਵੀ ਆਉਂਦੇ ਮੀਨੀਆ 'ਚ। ਬਟ ਕੁਛ ਐਕਸਟ੍ਰੀਮ ਮੂਡ ਐਲੀਵੇਸ਼ਨ ਹੋ ਜਾਂਦਾ, ਡੈਟਸ ਇਟ, ਜਿਹੜਾ ਡਿਪਰੈਸ਼ਨ ਕੇਸ ਨਹੀਂ ਸੀਗਾ। ਉਹਦੇ ਵਿੱਚ ਬੰਦਾ ਕਿਸੇ ਨੂੰ ਹਰਟ ਨਹੀਂ ਕਰਦਾ, ਡਿਪਰੈਸ਼ਨ ਦੇ ਵਿੱਚ ਆਪਣੇ ਆਪ ਨੂੰ ਕਰਦਾ ਨਾ, ਸੁਸਾਈਡ ਕਰ ਸਕਦਾ। ਬਟ ਮੀਨੀਆ ਕੰਡੀਸ਼ਨ 'ਚ ਕੀ ਆ ਕਿ ਸਾਹਮਣੇ ਵਾਲੇ ਪਰਸਨ ਨੂੰ ਵੀ ਉਹ ਹਿੱਟ ਕਰ ਸਕਦਾ। ਜਿੱਦਾਂ ਅਸੀਂ ਕਹਿ ਦਿੰਦੇ ਆ ਕਿ ਕਿਸੇ ਪਰਸਨ ਨੂੰ ਬਾਈਪੋਲਰ ਡਿਸਆਰਡਰ ਆ, EEG ਕਰਵਾਈ, ਸਾਨੂੰ ਪਤਾ ਲੱਗਾ ਕਿ ਬਾਈਪੋਲਰ ਡਿਸਆਰਡਰ ਇਹਨੂੰ ਹੈਗੇ ਆ। ਬਟ ਉਹਦੇ ਵਿੱਚ ਵੀ ਅਗਰ ਮੂਡ ਜਿਹੜਾ ਹੈਗਾ ਆ ਉਹਦਾ ਉਹ ਅਲਟਰੇਸ਼ਨ ਹੁੰਦੀ, ਉਹਦੇ ਵਿੱਚ ਉਹ ਹਾਈ ਹੋ ਜਾਂਦਾ ਵਿਦ ਹਾਈ ਐਨਰਜੀ ਐਲੀਵੇਟਡ ਮੂਡ, ਉਹਨੂੰ ਮੀਨੀਆ ਬੋਲ ਦਿੰਦੇ ਆ। ਅਗਰ ਮੂਡ ਲੋ ਆ, ਸੈਡ ਆ, ਟੈਂਸ ਆ,
ਸਟ੍ਰੈਸਡ ਆ ਤੇ ਉਹਨੂੰ ਡਿਪਰੈਸ਼ਨ ਬੋਲ ਦਿੰਦੇ ਆ। ਮਤਲਬ ਉਹੀ ਬਾਈਪੋਲਰ ਆਰਡਰ ਲਿਖ ਕੇ ਨੀਚੇ ਦੋ ਐਰੋ ਬਣਾਓ, ਰਾਈਟ ਐਂਡ ਲੈਫਟ। ਰਾਈਟ ਤੇ ਲਿਖ ਦਿਓ ਤੁਸੀਂ ਹਾਈ, ਹਾਈ ਕਿਹੜਾ ਹੁੰਦਾ ਮੇਨੀਆ, ਲੈਫਟ ਤੇ ਲੋ, ਲੋ ਮਤਲਬ ਡਿਪਰੈਸ਼ਨ। ਜਿਹੜਾ ਮੇਨੀਅਕ ਪੀਰੀਅਡ ਆ ਇਹ ਇਹਦੇ ਇੱਕ ਡਿਊਰੇਸ਼ਨ ਦੱਸੀ ਗਈ, ਇਹ ਨਹੀਂ ਕਹਿ ਸਕਦੇ ਕਿ ਸਟਾਰਟਿੰਗ 'ਚ ਜਿਹੜੀ ਡਿਊਰੇਸ਼ਨ ਆ, ਇਹ ਜਿਹੜੇ ਸਿੰਪਟਮ ਮੈਂ ਤੁਹਾਨੂੰ ਦੱਸੇ ਆ 2 ਹਫ਼ਤੇ ਤੱਕ ਸਿੰਪਟਮ ਰਹਿਣ ਲਗਾਤਾਰ ਪਰਸਿਸਟੈਂਟ, ਤੇ ਮੰਨ ਲਓ ਕਿ ਉਹ ਬੰਦੇ ਨੂੰ ਹੁਣ ਡਿਪਰੈਸ਼ਨ ਨਹੀਂ, ਉਹ ਪਾਗਲ ਹੋ ਚੁੱਕਾ ਐਂਡ ਹੀ ਨੀਡ ਸਪੈਸ਼ਲ ਕੇਅਰ। ਹੁਣ ਦੇਖੋ ਕਿ ਮੇਨੀਅਕ ਐਪੀਸੋਡਸ ਇਹਦੇ ਜਿਹੜੇ ਦੌਰੇ ਨੇ ਉਹ ਕਿੱਦਾਂ ਪੈਂਦੇ ਆ। ਸਭ ਤੋਂ ਪਹਿਲਾਂ ਕੀ ਫੈਮਿਲੀ ਕੌਨਫਲਿਕਟਸ। ਹਮੇਸ਼ਾ ਉਹ ਬੰਦਾ, ਉਹ ਪਰਸਨ ਜਾਂ ਉਹ ਲੇਡੀ ਹਮੇਸ਼ਾ ਲੜਾਈ ਝਗੜਾ ਰਹੇਗਾ ਉੱਥੇ। ਉਹ ਆਪਣੇ ਆਪ ਨੂੰ ਸਹੀ ਦੱਸੇਗਾ, ਦੁਨੀਆ ਨੂੰ ਗਲਤ ਦੱਸੇਗਾ। ਹਾਈ ਰਿਸਕ ਬਿਹੇਵੀਅਰ ਹੋ ਜਾਂਦਾ ਕਿ ਡਰ ਲੱਗਦਾ ਕਿ ਉਹਨੇ ਕੀ ਕਰ ਦੇਣਾ। ਉਹ ਦੇਖੋ ਇਹਦੇ ਕਾਜ਼ ਕਿਹੜੇ ਕਿਹੜੇ ਹੋ ਸਕਦੇ ਆ। ਦੇਖੋ ਸਭ ਤੋਂ ਵੱਡੇ ਕਾਜ਼ ਤੁਹਾਨੂੰ ਡਿਪਰੈਸ਼ਨ 'ਚ ਮੈਂ ਦੱਸੇ ਸੀਗੇ ਕਿ ਜਿਹੜੇ ਸਾਡੇ ਨਿਊਰੋ ਟ੍ਰਾਂਸਮੀਟਰਸ ਹੁੰਦੇ ਆ, ਜਿਹੜੇ ਸਾਡੇ ਨਿਊਰੋ ਟ੍ਰਾਂਸਮੀਟਰ ਨੇ ਬ੍ਰੇਨ ਦੇ ਵਿੱਚ, ਲਾਈਕ ਤਾਂ 3 ਮੈਂ ਤੁਹਾਨੂੰ ਕੱਲ ਦੱਸੇ ਸੀ, ਡੋਪਾਮਾਈਨ, ਸੈਰੋਟੋਨਿਨ ਐਂਡ ਨੋਰ ਐਡਰੀਨਾਲਿਨ ਜਾਂ ਨੋਰ ਐਪੀਨੈਫ੍ਰਿਨ। ਇਹ ਤਿੰਨੋਂ ਹੀ ਨੇ ਜਿਹੜੇ ਤੁਹਾਡੇ ਮੂਡ ਨੂੰ ਹੋਮਿਓਸਟੈਸਿਸ ਸਟੇਟ ਦੇ ਵਿੱਚ ਰੱਖਦੇ ਆ, ਤੁਹਾਨੂੰ ਨਾਰਮਲ ਰੱਖਦੇ ਆ। ਬਟ ਅਗਰ ਇਹਨਾਂ ਦੇ ਵਿੱਚ ਕੋਈ ਚੇਂਜ ਹੁੰਦੀ ਆ, ਚਾਹੇ ਨਿਊਰੋ ਟ੍ਰਾਂਸਮੀਟਰ ਹਾਈ ਅਮਾਊਂਟ ਦੇ ਵਿੱਚ ਆਉਣ ਜਾਂ ਹਾਈ ਅਮਾਊਂਟ 'ਚ ਨਹੀਂ, ਤਾਂ ਇਹਨਾਂ ਦੇ ਜਿਹੜੇ ਰਿਸੈਪਟਰ ਆ ਉਹ ਘਟ ਜਾਣ। ਓਬਵੀਅਸ ਰਿਸੈਪਟਰ ਘਟ ਗਏ ਤੇ ਉਹਨੇ ਉੱਥੇ ਜਿੱਥੇ ਲੱਗ ਕੇ ਅਸਰ ਆਪਣਾ ਕਰਨਾ ਸੀ ਉਹ ਨਹੀਂ ਹੋਇਆ, ਤੇ ਉਹ ਐਕਸਟਰਾ ਪ੍ਰੋਬਲਮ ਕ੍ਰੀਏਟ ਕਰਦੇ ਤੁਹਾਡੇ ਬ੍ਰੇਨ ਦੇ ਵਿੱਚ, ਹੈ ਨਾ। ਇਟ ਐਕਟ ਔਨ ਯੂਅਰ ਨਿਊਰੋਨਸ, ਨਰਵ ਸੈਲਸ, ਸੋ ਇਟ ਕ੍ਰੀਏਟ ਅ ਮੇਜਰ ਪ੍ਰੋਬਲਮ। ਕਿਹੜੀ? ਤੁਹਾਡੇ ਜਿਹੜਾ ਨੇਚਰ, ਜੋ ਤੁਹਾਡੀ ਨੇਚਰ ਹੈਬਿਟੇਟ ਹੈ। ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਦਾਂ ਡਿਪਰੈਸ਼ਨ ਹੈ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਤੁਹਾਡੇ ਜੈਨੇਟਿਕਸ ਇਹਦੇ ਵਿੱਚ ਕਾਫੀ ਹੱਦ ਤੱਕ ਇਨਵੋਲਵਡ ਆ। ਮਤਲਬ ਕਿ ਅਗਰ ਕਿਸੇ ਦੇ ਪੇਰੈਂਟਸ ਦੇ ਵਿੱਚੋਂ ਇੱਕ ਪੇਰੈਂਟ ਨੂੰ ਡਿਪਰੈਸ਼ਨ ਆ ਤਾਂ ਉਹਦੇ ਬੱਚੇ ਨੂੰ 15 ਤੋਂ 25% ਹੋ ਸਕਦਾ, ਪਰ ਜ਼ਰੂਰੀ ਨਹੀਂ ਆ ਕਿ ਉਹਨੂੰ ਹੋਵੇ। 15 ਤੋਂ 25% ਇੱਦਾਂ ਹੀ ਮੀਨ ਹੈ। ਉਹ ਵੀ ਅਗਰ ਕਿਸੇ ਦੇ ਫੋਰ ਫਾਦਰਸ ਨੂੰ ਜਾਂ ਕਿਸੇ ਨੂੰ ਸੀਗਾ ਤੇ ਬੱਚੇ ਵਿੱਚ ਹੋਣ ਦੀ ਆਸ ਹੈ। ਪਰ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਡੋਮੀਨੈਂਸ, ਇੱਕ ਰਿਸੈਸਿਵਨੈਸ। ਜਦੋਂ ਜੈਨੇਟਿਕਸ ਪੜ੍ਹੋਗੇ ਜਾਂ ਤੁਸੀਂ ਪੜ੍ਹੀ ਆ, ਜਦੋਂ ਕੋਈ ਜੀਨ ਡੋਮੀਨੈਂਟ ਕਰ ਜਾਂਦਾ ਤੇ ਉਹ ਡੋਮੀਨੈਂਟ ਦਾ ਮਤਲਬ ਕੀ ਹੈ ਕਿ ਉਹ ਆਪਣਾ ਅਸਰ ਸ਼ੁਰੂ ਕਰ ਦਿੰਦਾ, ਜੀਨ ਸ਼ੋ ਕਰਨਾ ਸ਼ੁਰੂ ਕਰ ਦਿੰਦਾ। ਅਗਰ ਰਿਸੈਸਿਵ ਰਹਿ ਜਾਏ ਤੇ ਇਟ ਮੀਨਸ ਉਹ ਅਸਰ ਨਹੀਂ ਸ਼ੋ ਕਰਦਾ, ਬੰਦੇ ਦੀ ਉਮਰ ਨਿਕਲ ਜਾਂਦੀ ਹੈ। ਸੋ ਇਹ ਡਿਪੈਂਡ ਕਰਦਾ ਤੁਹਾਡੀਆਂ ਇਨਵਾਇਰਮੈਂਟਲ ਕੰਡੀਸ਼ਨ, ਜੈਨੇਟਿਕਸ ਤੋਂ ਇਲਾਵਾ ਇਨਵਾਇਰਮੈਂਟਲ ਫੈਕਟਰਸ, ਨਿਊਰੋਕੈਮੀਕਲ ਫੈਕਟਰਸ। ਤਾਂ ਇਹ ਕਹਿੰਦੇ ਕਿ ਅਗਰ ਦੇਖੋ ਤੁਹਾਨੂੰ ਮੈਂ ਦੱਸਿਆ ਕਿ ਅਗਰ ਬੰਦਾ ਨੋਰਮਲੀ ਕੋਈ ਜਾਂਦਾ ਪਿਆ, ਉਹ ਇੱਕਦਮ ਡਰ ਜਾਂਦਾ, ਚਾਹੇ ਉਹ ਮੂਵੀ ਦਾ ਸੀਨ ਹੋਵੇ, ਚਾਹੇ ਅਸੀਂ ਕਿਸੇ ਨੂੰ ਡਰਾ ਦਿੰਦੇ ਦਰਵਾਜ਼ੇ ਪਿੱਛੇ ਲੁਕ ਕੇ, ਐਟ ਦੈਟ ਟਾਈਮ ਉਹਦੀ ਬੋਡੀ ਇੱਕਦਮ ਇੰਨੀ ਕੁ ਜ਼ਿਆਦਾ ਸਟ੍ਰੈਸ ਵਿੱਚ ਆ ਜਾਂਦੀ ਆ, ਉਹਦਾ ਐਡਰੀਨਾਲਿਨ ਬਹੁਤ ਜ਼ਿਆਦਾ ਰਿਲੀਜ਼ ਹੁੰਦਾ ਐਟ ਦੈਟ ਟਾਈਮ, ਹਾਰਟ ਬੀਟ ਬਹੁਤ ਵੱਧ ਜਾਂਦੀ ਹੈ। ਠੀਕ ਹੈ, ਇੱਦਾਂ ਹੀ ਅਗਰ ਉਹ ਪਰਸਿਸਟੈਂਟ ਉਹ ਚੀਜ਼ ਰਹਿੰਦੀ ਹੈ ਕਿ ਬੰਦਾ ਡਰਨਾ ਸ਼ੁਰੂ ਕਰ ਦਿੰਦਾ, ਮਤਲਬ ਕਿ ਉਹ ਸਟ੍ਰੈਸ ਜਾਂ ਐਂਜ਼ਾਈਟੀ ਉਹਨੂੰ ਹੈ, ਉਹਨਾਂ ਚੀਜ਼ਾਂ ਤੋਂ ਡਰਦਾ ਜੋ ਚੀਜ਼ਾਂ ਹੈ ਹੀ ਨਹੀਂ, ਐਗਜ਼ਿਸਟ ਨਹੀਂ ਕਰਦੀਆਂ, ਲਾਈਕ ਜਿਹਦਾ ਭੂਤ ਪ੍ਰੇਤ ਕਹਿੰਦੇ, ਸਪਿਰਿਟ ਕਹਿੰਦੇ ਆ। ਅਗਰ ਉਹ ਪਰਸਿਸਟੈਂਟ ਚੀਜ਼ਾਂ ਰਹਿੰਦੀਆਂ, ਲਗਾਤਾਰ ਹੁੰਦੀਆਂ ਰਹਿੰਦੀਆਂ ਉਸ ਬੰਦੇ ਦੇ ਨਾਲ, ਹੌਲੀ 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 ਉਹਦੇ ਜਿਹੜਾ ਨਿਊਰੋ ਕੈਮੀਕਲ ਬਿਹੇਵੀਅਰ ਆ ਦਿਮਾਗ ਦਾ, ਜਿਹੜਾ ਹੈਗਾ ਨਿਊਰੋ ਟ੍ਰਾਂਸਮੀਟਰ, ਉਹ ਚੇਂਜ ਹੋਣੇ ਸ਼ੁਰੂ ਹੋ ਜਾਂਦੇ। ਠੀਕ ਹੈ, ਤੇ ਉਹ ਚੇਂਜ ਹੁੰਦੇ 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 ਹੌਲੀ 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 ਬੰਦਾ ਐਂਜ਼ਾਈਟੀ, ਸਟ੍ਰੈਸ, ਡਿਪਰੈਸ਼ਨ, ਮੀਨੀਆ, ਸਾਈਕੋਸਿਸ, ਇਹ ਚੀਜ਼ਾਂ ਹੋ ਜਾਂਦੀਆਂ। ਸੋ ਕਾਜ਼ਿਸ ਇਹਦੇ ਜਿਹੜੇ ਜੈਨੇਟਿਕਸ ਦਾ ਇੱਕ ਹੈਗਾ, ਜਿੱਦਾਂ ਮੈਂ ਦੱਸਿਆ ਕਿ ਨਿਊਰੋ ਕੈਮੀਕਲ ਆ ਤੁਹਾਡੇ ਜਿਹੜੇ ਨਿਊਰੋ ਟ੍ਰਾਂਸਮਿਟਰ ਹੈ ਨਾ। ਤੇ ਥਰਡ ਵਨ ਇਜ਼ ਇਨਵਾਇਰਮੈਂਟਲ। ਸੋ ਇਹ ਕੁਝ ਚੀਜ਼ਾਂ ਸੀਗੀਆਂ ਕਿ ਤੁਹਾਡਾ ਜਿਹੜਾ ਮੀਨੀਆ ਪ੍ਰੋਬਲਮ ਹੈਗੀ ਆ, ਪਰਸਨ ਨੂੰ ਕਿੱਦਾਂ ਸਾਨੂੰ ਜੱਜ ਹੁੰਦਾ ਕਿ ਇਹ ਪਰਸਨ ਨੂੰ ਹੈਗੀ ਹੈ
ਡਿਪਰੈਸ਼ਨ ਤੋਂ ਕੀ ਡਿਫਰ ਹੈ, ਠੀਕ ਹੈ, ਤੇ ਇਹਦੇ ਕਾਜ਼ਿਸ ਕਿਹੜੇ ਕਿਹੜੇ ਆ, ਸਿੰਪਟਮਸ ਕਿਹੜੇ ਕਿਹੜੇ ਆ, ਠੀਕ ਹੈ। ਦੈਨ ਇਹਦੀ ਪੈਥੋਫਿਜ਼ੀਓਲੋਜੀ, ਹੁਣ ਤੁਹਾਨੂੰ ਪੈਥੋਫਿਜ਼ੀਓਲੋਜੀ ਡਿਪਰੈਸ਼ਨ ਚ ਕੀ ਸੀਗੀ, ਇਟ ਮੂਵ ਅਰਾਊਂਡ ਯੂਅਰ 3 ਨਿਊਰੋਟ੍ਰਾਂਸਮਿਟਰਸ ਸੈਰੋਟੋਨਿਨ, ਡੋਪਾਮਾਈਨ, ਨੋਰਐਪਿਨੇਫ੍ਰਿਨ, ਇਦਾਂ ਹੀ ਮੀਨੀਆ ਦੇ ਵਿੱਚ ਹੈ। ਪੈਥੋਫਿਜ਼ੀਓਲੋਜੀ ਲਿਖ ਕੇ ਵਿਜੇ ਕੁਮਾਰ ਦੀ ਬੁੱਕ ਤੋਂ ਹੀ ਕਰ ਲਿਓ ਚਾਹੇ ਮੀਨੀਆ, ਹੈ ਨਾ। ਪੈਥੋਫਿਜ਼ੀਓਲੋਜੀ ਦਾ ਫਰਸਟ ਪੁਆਇੰਟ ਹੈਗਾ ਰੋਲ ਆਫ ਸੈਰੋਟੋਨਿਨ। ਸੈਰੋਟੋਨਿਨ ਕਿੱਥੇ ਪਾਇਆ ਜਾਂਦਾ ਬ੍ਰੇਨ ਦੇ ਵਿੱਚ, ਟੈਂਪੋਰਲ ਲੋਬ। ਟੈਂਪੋਰਲ ਲੋਬ ਜਿਹੜੀ ਬ੍ਰੇਨ ਦੀ ਹੁੰਦੀ ਆ ਉੱਥੇ ਸੈਰੋਟੋਨਿਨ ਪਾਇਆ ਜਾਂਦਾ। ਤੇ ਟੈਂਪੋਰਲ ਲੋਬ ਕੀ ਕਿਸ ਚੀਜ਼ 'ਚ ਇਨਵੋਲਵਡ ਹੁੰਦੀ ਆ, ਤੁਹਾਡੀ ਸਪੀਚ, ਜਿੱਦਾਂ ਮੈਂ ਬੋਲ ਰਿਹਾ, ਲਿਸਨਿੰਗ, ਮੈਂ ਕੁਝ ਸੁਣ ਰਿਹਾ, ਰੀਡਿੰਗ, ਵਰਡ ਐਸੋਸੀਏਸ਼ਨ, ਇਹ ਸਾਰੀਆਂ ਚੀਜ਼ਾਂ ਇੰਟਰਪ੍ਰੇਟ ਕਿੱਥੇ ਹੁੰਦੀਆਂ, ਤੁਹਾਡੇ ਟੈਂਪੋਰਲ ਲੋਬ ਆਫ ਬ੍ਰੇਨ। ਸੋ ਇਹ ਚੀਜ਼ ਕਿੱਥੇ ਇਨਵੋਲਵਡ ਹੈਗੀ ਆ, your serotonin involved to the temporal lobe of brain. It means कि अगर सेरोटोनिन की secretion ज़्यादा हो गई तो की होएगा, ये ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਉਹ 'ਚ ਪ੍ਰੋਬਲਮ ਆਏਗੀ। ਉਹ ਬੋਲੇਗਾ, ਉਹਨੂੰ ਪਤਾ ਨਹੀਂ ਲੱਗੇਗਾ ਕਿ ਉਹ ਬੋਲਦਾ ਕੀ ਪਿਆ। ਲਿਸਨਿੰਗ ਮਤਲਬ ਜਿੱਦਾਂ ਕੱਲ ਤੁਹਾਨੂੰ ਦੱਸਿਆ ਸੀ, ਹੈਲੂਸੀਨੇਸ਼ਨ, ਕੁਝ ਅਲੱਗ ਚੀਜ਼ਾਂ ਸੁਣਨਗੀਆਂ। ਰੀਡਿੰਗ, ਵਰਡ ਐਸੋਸੀਏਸ਼ਨ ਨਹੀਂ ਉਹਨੂੰ ਕਰਨੀ ਆਏਗੀ, ਮੈਥ ਦੀ ਕੈਲਕੂਲੇਸ਼ਨ ਨਹੀਂ ਕਰਨੀ ਆਏਗੀ, ਜਲਦੀ ਭੁੱਲਦੀਆਂ ਇਹਨਾਂ ਨੂੰ ਚੀਜ਼ਾਂ। ਹਾਰਮੋਨਲ ਇੰਬੈਲੈਂਸ, ਅੱਛਾ ਉਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਜਿਹੜੀ ਚੀਜ਼ ਦੱਸੀ ਜਿਵੇਂ ਹੋਣੀ ਰੋਲ ਆਫ ਸੈਰੋਟੋਨਿਨ, ਠੀਕ ਹੈ। ਉਹ ਕੀ ਕਹਿੰਦੇ ਆ, ਤਾਂ ਇੱਕ ਇਮਿਗਡੈਲਾ, ਟੈਂਪੋਰਲ ਲੋਬ ਦੇ ਵਿੱਚ ਇੱਕ ਪਾਰਟ ਹੁੰਦਾ ਬ੍ਰੇਨ ਦਾ, ਅਮਿਗਡੈਲਾ ਬੋਲਦੇ, ਅਮਿਗਡੈਲਾ ਇੱਕ ਬਦਾਮ ਦੀ ਸ਼ੇਪ ਦਾ ਹੁੰਦਾ, ਉਹ ਆਲਮੰਡ ਸ਼ੇਪ। ਉਹ ਕਿੱਥੇ ਹੁੰਦਾ, ਇਮੋਸ਼ਨ ਸੈਂਟਰ ਆਫ ਬ੍ਰੇਨ। ਟੈਂਪੋਰਲ ਲੋਬ ਨੂੰ ਕੀ ਬੋਲ ਦਿੰਦੇ ਆ, ਇਮੋਸ਼ਨ ਕੰਟਰੋਲ ਸੈਂਟਰ ਆਫ ਬ੍ਰੇਨ। ਚਲੋ ਸੈਕਿੰਡ ਹੈਗੀ ਆ ਹਾਰਮੋਨਲ ਇੰਬੈਲੈਂਸ। ਦੇਖੋ ਕਹਿੰਦੇ ਆ ਕਿ ਜਿਹੜਾ ਮੀਨੀਅਕ ਸਟੇਜ ਆ ਜਾਂ ਬਾਈਪੋਲਰ ਡਿਸਆਰਡਰ ਆ, ਉਹ ਮੈਨ ਤੇ ਵੀਮੈਨ ਦੇ ਅਲੱਗ-ਅਲੱਗ ਹੁੰਦੇ ਨੇ, ਉਹਨਾਂ ਦੇ ਸਿੰਪਟਮਸ ਔਰ ਇਹ ਡਿਸਆਰਡਰ ਅਲੱਗ-ਅਲੱਗ ਹੁੰਦੇ ਨੇ। ਮੀਨੀਆ ਅਫੈਕਟਸ ਦਾ hypothalamus and pituitary adrenal axis by causing it to secrete hormones in different amount। ਮਤਲਬ ਕੀ ਆ, ਜਿਹੜਾ ਮੀਨੀਆ ਹੈਗਾ ਆ, ਟੈਂਪੋਰਲ ਲੋਬ ਨੂੰ ਕੌਣ ਇਫੈਕਟ ਕਰਦਾ ਸੀਗਾ, ਸੈਰੋਟੋਨਿਨ। ਹੋਰ ਕਈ ਹਾਰਮੋਨਸ ਹੁੰਦੇ ਆ ਜਿਹੜੇ ਇਫੈਕਟ ਕਰਦੇ ਆ ਹਾਈਪੋਥੈਲਮਸ ਐਂਡ ਪਿਟਿਊਟਰੀ ਨੂੰ, ਤਾਂ ਜੋ ਅਲੱਗ-ਅਲੱਗ ਹਾਰਮੋਨ ਅਲੱਗ-ਅਲੱਗ ਅਮਾਉਂਟ ਦੇ ਵਿੱਚ ਸਕਰੀਟ ਕਰਦੇ, ਮਤਲਬ ਬਹੁਤ ਜ਼ਿਆਦਾ ਜਾਂ ਬਹੁਤ ਘੱਟ, ਤਾਂ ਹੀ ਹੋਮਿਓਸਟੈਸਿਸ ਨਾਰਮਲ ਸਟੇਟ ਚੇਂਜ ਹੋਏਗੀ ਨਾ। ਦੇਖੋ ਥਰਡ ਸਟੇਜ ਕੀ ਦੱਸੀ ਉਹਨਾਂ ਨੇ, ਮੈਡੀਕੇਸ਼ਨ ਹਿਸਟਰੀ। ਮੈਕਸਿਮਮ 95% ਚਾਂਸਿਸ ਹੁੰਦੇ ਆ ਕਿ ਕੋਈ ਪਰਸਨ ਆ ਜਿਹਨੂੰ ਮੀਨੀਆ ਹੁੰਦਾ, ਸਭ ਤੋਂ ਪਹਿਲਾਂ ਉਹਨੂੰ ਡਿਪਰੈਸ਼ਨ ਹੁੰਦਾ, ਨਾਰਮਲ ਚਿੰਤਾ ਕਰਦਾ ਆ, ਸਟ੍ਰੈਸ ਰਹਿੰਦਾ, ਹੌਲੀ ਹੌਲੀ ਉਹ ਵੱਧਦੀ ਡਿਪਰੈਸ਼ਨ 'ਚ ਚਲ ਜਾਂਦੀ ਹੈ। ਅਗਰ ਡਿਪਰੈਸ਼ਨ ਦਾ ਟ੍ਰੀਟਮੈਂਟ ਪ੍ਰੋਪਰ ਨਾ ਹੋਵੇ, ਐਟ ਦਾ ਐਂਡ ਉਹ ਮੀਨੀਆ ਹੋ ਜਾਂਦਾ। ਸੋ ਉਹਦੀ ਮੈਡੀਕੇਸ਼ਨ ਹਿਸਟਰੀ ਕਿਹੜੀ ਆ, ਡਿਪਰੈਸ਼ਨ ਵਾਲੀ, ਉਹਨੂੰ ਮੀਨੀਆ ਦੇ ਚਾਂਸਿਸ ਜ਼ਿਆਦਾ ਨੇ। 5% ਕੇਸਿਸ ਨੇ ਕਿ ਕੋਈ ਹੈਡ ਇੰਜਰੀ ਹੋ ਜਾਂਦੀ ਆ ਕਿਸੇ ਨੂੰ, ਠੀਕ ਹੈ, ਉਹਦੇ ਵਿੱਚ ਚਾਂਸਿਸ ਹੈਗੇ ਆ, ਜਾਂ ਫਿਰ ਜੈਨੇਟਿਕਸ ਹੋ ਗਿਆ, ਜਾਂ ਫਿਰ ਕੋਈ ਸ਼ੌਕ ਕੰਡੀਸ਼ਨ, ਇੱਕਦਮ ਕੋਈ ਇੱਦਾਂ ਦਾ ਚੀਜ਼ ਦੇਖਦਾ, ਸਦਮਾ ਜਿਹਨੂੰ ਬੋਲ ਦਿੰਦੇ ਆ, ਸਦਮਾ ਲੱਗਣ ਦੇ ਨਾਲ ਉਹ ਪਾਗਲ ਹੋ ਜਾਂਦਾ। ਡੈਟ ਇਜ਼ 3 ਕੰਡੀਸ਼ਨਸ ਗਿਵ ਰਾਈਜ਼ ਟੂ ਮੇਨੀਆ। ਕਈ ਤੁਸੀਂ ਦੇਖੇ ਹੋਣਗੇ ਰੋਡ ਤੇ ਜਦੋਂ ਤੁਸੀਂ ਜਾਂਦੇ ਆ, ਕਈ ਵਾਰ ਕੁਝ ਬੰਦੇ ਇੱਦਾਂ ਦੇ ਮਿਲ ਜਾਂਦੇ ਤੁਹਾਨੂੰ ਜਿਹੜੇ ਪਾਗਲ, ਆਪਾਂ ਕਹਿੰਦੇ ਨਾ ਉਹ ਪਾਗਲ ਘੁੰਮ ਰਿਹਾ, ਕੱਪੜੇ ਫਟੇ ਹੋਏ ਨੇ, ਕਈ ਵਾਰ ਕੱਪੜੇ ਪਾਏ ਨਹੀਂ ਹੁੰਦੇ, ਉਹ ਕਈ ਵਾਰ ਪੱਥਰ ਚੱਕ ਕੇ ਲੋਕਾਂ ਦੇ ਮਾਰ ਦਿੰਦਾ। ਐਕਚੁਅਲੀ ਉਹ ਕੁਝ ਅਲੱਗ ਦੁਨੀਆ ਦੇ ਵਿੱਚ ਰਹਿੰਦਾ ਆ, ਉਹਦੇ ਜਿਹੜੇ ਦਿਮਾਗ ਦੀ ਇਮੇਜ ਆ, ਉਹਨੂੰ ਸੁਣਨ ਦੀ ਚੀਜ਼, ਦੇਖਣ ਦੀ ਚੀਜ਼, ਉਹ ਸਭ ਅਲੱਗ ਹੋ ਜਾਂਦੀ ਹੈ। ਉਹਨੂੰ ਸਲੀਪ ਹੀ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ ਬਿਲਕੁਲ ਵੀ, ਅਨਰੀਅਲਿਸਟਿਕ ਬਿਲੀਫਸ ਹੋ ਜਾਂਦੇ ਆ, ਭੂਤਾਂ ਪ੍ਰੇਤਾਂ 'ਚ ਉਹਨੂੰ ਯਕੀਨ ਹੋ ਜਾਂਦਾ।
ਸੋ ਇਹ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਮੀਨੀਆ ਜਿਹਨੂੰ ਪਾਗਲਪਨ ਬੋਲਦੇ ਹਨ। ਹੁਣ ਇਹਦੀ ਡਾਇਗਨੋਸਿਸ ਕਿੱਥੋਂ ਕੀਤੀ ਜਾ ਸਕਦੀ ਆ ਕਿ ਪਰਸਨ ਨੂੰ ਨਾਰਮਲੀ ਸਟ੍ਰੈਸ ਜਾਂ ਐਂਜ਼ਾਈਟੀ ਆ, ਡਿਪਰੈਸ਼ਨ ਆ, ਜਾਂ ਉਹਨੂੰ ਮੀਨੀਆ ਜਾਂ ਸਾਈਕੋਸਿਸ ਹੈ। ਕਹਿੰਦੇ ਆ ਕਿ ਮੀਨੀਆ ਇਜ਼ ਯੂਜ਼ਲੀ ਡਾਇਗਨੋਸਡ ਬਾਏ ਸਾਈਕੈਟ੍ਰਿਸਟ। ਜਿਹੜੀ ਸਾਈਕੈਟ੍ਰਿਸਟ ਹੁੰਦੇ ਨੇ ਨਾ, MBBS ਤੋਂ ਬਾਅਦ MD ਹੁੰਦੀ, ਮਾਸਟਰ ਇਨ ਡਾਕਟਰੀ। ਉਹ ਸਾਈਕੈਟ੍ਰਿਸਟ ਜਿਹੜੇ ਦਿਮਾਗ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ, ਉਹ ਸਾਈਕੈਟ੍ਰਿਸਟ ਕਹਿਲਾਉਂਦੇ ਆ। ਉਹ ਇਹਨੂੰ ਪਕੜ ਪਾਉਂਦੇ ਆ। ਦੇਖੋ ਕੀ ਹੁੰਦਾ ਕਿ ਜਿਹੜੇ ਮੋਸਟ ਸੀਵੀਅਰ ਮੀਨੀਆ ਕੰਡੀਸ਼ਨ ਹੈ ਉਹਨਾਂ ਨੂੰ ਪਾਗਲਖਾਨੇ ਭੇਜਿਆ ਜਾਂਦਾ, ਹਸਪੀਟਲਾਈਜ਼ਡ ਕੀਤਾ ਜਾਂਦਾ, ਰੀਹੈਬ ਕੀਤਾ ਜਾਂਦਾ। ਇੱਕ ਨਾ ਜਿਹੜਾ ਮੀਨੀਆ ਜਿਹਨੂੰ ਪਾਗਲ ਬੋਲਦੇ ਆ, ਉਹਦੇ ਲਈ ਇੱਕ ਸਕੇਲ ਹੁੰਦਾ ਕਿ ਇਹ ਕਿਸ ਹੱਦ ਤੱਕ ਪਾਗਲ ਆ, ਇਹਦੀ ਕਿਸ ਹੱਦ ਤੱਕ ਪਾਗਲਪਨ ਹੈਗਾ ਦਿਮਾਗ ਦਾ। ਠੀਕ ਹੈ, ਉਹ ਕਿੱਥੋਂ ਪਤਾ ਲੱਗਦਾ ਸਾਨੂੰ? ਕੋਈ ਮੀਨੀਅਕ ਪੇਸ਼ੈਂਟ ਆ, ਉਹਦੀ ਅਸੈਸਮੈਂਟ ਕਿੱਦਾਂ ਕੀਤੀ ਜਾਂਦੀ ਆ? ਸਾਡੇ ਕੋਲ ਸਕੇਲ ਹੁੰਦਾ ਇੱਕ ਜੰਗ ਮੀਨੀਆ ਰੇਟ ਸਕੇਲ, ਜਿਹਨੂੰ YMRS ਬੋਲਦੇ ਆ। YMRS ਮਤਲਬ ਜੰਗ ਮੀਨੀਆ ਰੇਟ ਸਕੇਲ। ਤੇ ਹੋਰ ਚੀਜ਼ ਮੀਨੀਅਕ ਨੂੰ ਪਤਾ ਕਰਨ ਲਈ ਹੋਰ ਕਿਹੜਾ ਹੁੰਦਾ? ਸੈਕਿੰਡ ਇਜ਼ ਦਾ ਮਿਨੀ ਮੈਂਟਲ ਸਟੇਟ ਐਗਜ਼ਾਮੀਨੇਸ਼ਨ। ਇਹ ਦੋਨੋਂ ਯਾਦ ਰੱਖਣੇ ਆ, ਡਾਇਗਨੋਸਿਸ ਵਿੱਚ ਲਿਖਣੇ ਤੁਸੀਂ। ਫਸਟ ਵਨ ਇਜ਼ ਜੰਗ ਮੀਨੀਆ ਰੇਟ ਸਕੇਲ। ਇਹ ਤੋਂ ਪਤਾ ਲੱਗ ਜਾਂਦਾ ਉਹ ਪਾਗਲ ਆ ਔਰ ਕਿਸ ਹੱਦ ਤੱਕ ਪਾਗਲ ਆ। ਹਾਰਮੋਨਲ ਕਿੰਨੇ ਕੁ ਚੇਂਜ ਹੋਇਆ ਪਿਆ ਦਿਮਾਗ 'ਚ, ਬਾਇਓਕੈਮੀਕਲ। ਠੀਕ ਹੈ। ਸੈਕਿੰਡ ਇਜ਼ ਦਾ ਮਿਨੀ ਮੈਂਟਲ ਸਟੇਟ ਐਗਜ਼ਾਮੀਨੇਸ਼ਨ। ਸੋ ਇਹ ਮੈਂਟਲ ਇਲਨੈਸ, ਦਿਮਾਗ ਦੀਆਂ ਬਿਮਾਰੀਆਂ ਦਾ ਇੱਦਾਂ ਪਤਾ ਲੱਗਦਾ ਕਿ ਇਸ ਬੰਦੇ ਨੂੰ ਮੀਨੀਆ ਹੈਗਾ, ਜੇ ਹੈਗਾ ਤਾਂ ਕਿਸ ਹੱਦ ਤੱਕ, ਤੇ ਉਹਦਾ ਟ੍ਰੀਟ ਕਿੱਦਾਂ ਕੀਤਾ ਜਾਂਦਾ। ਸੋ ਇਹ ਸੀਗਾ ਮੀਨੀਆ। ਡਿਪਰੈਸ਼ਨ ਦੀ ਸੀਵੀਅਰ ਸਟੇਟ ਇਜ਼ ਮੀਨੀਆ, ਜਿਹਨੂੰ ਪਾਗਲ ਬੋਲਦੇ। ਹੁਣ ਬੇਟਾ ਜਿਹੜੀ ਸੈਕਿੰਡ ਥਿੰਗ ਆ, it is also related to your brain, that is Alzheimer disease. Alzheimer disease. ਦੇਖੋ ਇਹਨੂੰ ਆਪਾਂ ਕਹਿ ਸਕਦੇ ਹਾਂ ਐਲਜ਼ਾਈਮਰ ਡਿਜ਼ੀਜ਼ ਜਾਂ AD ਬੋਲ ਦਿੰਦੇ ਕੈਪੀਟਲ। Alzheimer disease is a neurological disease characterized by loss of mental abilities, which is severe enough to interface with normal activities of daily living, lasting at least 6 months. तो बेटा समझने की कोशिश करो कि अल्जाइमर डिजीज होती की है। मैं तो एक लाइन बोली, लॉस ऑफ मेंटल एबिलिटी। एबिलिटी का मतलब ਕਿਸੇ ਚੀਜ਼ ਨੂੰ ਤੁਸੀਂ ਮੈਮੋਰਾਈਜ਼ ਕਰਦੇ ਆ। ਹੁਣ ਮੈਂ ਲੈਕਚਰ ਬੋਲਿਆ, ਤੁਸੀਂ ਮੈਮੋਰਾਈਜ਼ ਕਰ ਲਿਆ, ਪੇਪਰ ਆਏ ਤੁਸੀਂ ਇੰਟਰਪ੍ਰੀਟ ਕਰਕੇ ਲਿਖ ਦਿੱਤਾ ਕਿਉਂਕਿ ਤੁਹਾਨੂੰ ਯਾਦ ਸੀ। ਅਲਜ਼ਾਈਮਰ ਡਿਜ਼ੀਜ਼ ਵਾਲੇ ਬੰਦੇ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਅਗਰ ਉਹ ਚਾਬੀ ਰੱਖ ਦਿੰਦਾ, ਉਹਨੂੰ ਚਾਬੀ ਨਹੀਂ ਲੱਭਦੀ। ਅਗਰ ਉਹ ਕੋਈ ਸੈਂਟੈਂਸ ਬੋਲਦਾ, ਤੁਹਾਨੂੰ ਪੁੱਛੂਗਾ ਮੈਂ ਕੀ ਗੱਲ ਕਰਦਾ, ਬਾਰ 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 ਬਾਰ। ਮੈਮਰੀ ਲਾਸ ਹੋ ਜਾਂਦੀ ਹੈ। ਕਮਿਊਨੀਕੇਸ਼ਨ ਐਬਿਲਿਟੀ ਉਹਦੀ ਖਤਮ ਹੋ ਜਾਂਦੀ ਹੈ। ਪਰਸਨੈਲਿਟੀ ਦਾ ਇਫੈਕਟ ਹੋਏਗੀ। ਕਹਿੰਦੇ ਆ ਕਿ ਅਲਜ਼ਾਈਮਰ ਡਿਜ਼ੀਜ਼ ਇਜ਼ fourth leading cause of death in adults after heart disease, cancer and stroke. ਹਾਰਟ ਅਟੈਕ, ਕੈਂਸਰ, ਬ੍ਰੇਨ ਸਟ੍ਰੋਕ, ਜਿਹਨੂੰ ਬ੍ਰੇਨ ਹੈਮਰੇਜ ਬੋਲਦੀ ਆ, ਉਸ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਕੌਜ਼ ਆ ਡੈਥ ਦਾ ਆਲ ਓਵਰ ਦਾ ਗਲੋਬ, ਜਿਹਨੂੰ ਅਲਜ਼ਾਈਮਰ ਡਿਜ਼ੀਜ਼ ਬੋਲਦੇ ਆ। ਇਹਦੇ ਕੌਜ਼ਿਸ ਕੀ ਹੋ ਸਕਦੇ ਆ? ਦੇਖੋ, ਸਭ ਤੋਂ ਵੱਡਾ ਕੌਜ਼ ਇਹਦਾ ਹੈਗਾ ਜੈਨੇਟਿਕ ਲਿੰਕ, ਕਿਉਂਕਿ ਅਲਜ਼ਾਈਮਰ ਡਿਜ਼ੀਜ਼ ਡਿਸਟਰੋਏ ਨਿਊਰੋਨਸ। ਤੁਹਾਡੇ ਜਿਹੜੇ ਨਰਵ ਸੈੱਲ ਆਫ ਬ੍ਰੇਨ ਹੁੰਦੇ ਆ ਨਾ, ਜਿਹੜੇ ਮੈਮਰੀ ਨੂੰ ਕੰਟਰੋਲ ਕਰਦੇ ਆ, ਠੀਕ ਹੈ, ਉਹ ਡਿਸਟਰੋਏ ਹੋ ਜਾਂਦੇ। ਦੇਖੋ ਕਿੱਡਾ ਵੱਡਾ ਇਹਦੇ ਵਿੱਚ ਉਹ ਹੈਗਾ ਆ ਪ੍ਰੋਬਲਮ ਵਾਲਾ ਕੰਮ ਹੈ ਨਾ। ਹੁਣ ਬੰਦਾ ਕਈ ਵਾਰ ਕਿਆ ਹੁੰਦਾ ਕਿ ਕਿਸੇ ਬੰਦਾ ਬਹੁਤ ਨੋਰਮਲ ਲਾਈਫ ਜੀ ਰਿਹਾ ਹੈਗਾ, ਬਟ ਉਹਨੂੰ ਜੈਨੇਟਿਕਸ ਵਿੱਚ ਇਹ ਚੀਜ਼ ਮਿਲੀ ਹੈ। ਸੋ ਕੀ ਕਰੇਗਾ ਉਹ? ਕੁਛ ਵੀ ਨਹੀਂ, ਟ੍ਰੀਟ ਹੀ ਕਰਾਏਗਾ ਨਾ।
ਸੋ ਇਹਦੇ ਵਿੱਚ ਕੀ ਹੁੰਦਾ ਆ ਕਿ ਉਹਦੀ ਜਿਹੜੀ ਮੈਮਰੀ ਹੁੰਦੀ ਆ ਉਹਨੂੰ ਕੰਟਰੋਲ ਕਰਨ ਵਾਲੇ ਜਾਂ ਬਾਕੀ ਕੰਮ ਕੰਟਰੋਲ ਕਰਨ ਵਾਲੇ ਨਿਊਰੋਨਸ ਜਿਹਨੂੰ ਨਰਵ ਸੈੱਲ ਬੋਲਦੇ ਆ ਉਹੀ ਡੈਮੇਜ ਹੋ ਜਾਂਦੇ। ਅਗਰ ਸੈੱਲ ਹੀ ਡੈਮੇਜ ਹੋ ਗਿਆ ਤਾਂ ਹੁਣ ਕੀ ਕਰੇਗਾ ਕਿ ਚਾਹੇ ਉਹ, ਕਿਉਂਕਿ ਨਿਊਰੋਨ ਜਿਹੜੇ ਤੁਹਾਨੂੰ ਮੈਂ ਦੱਸਿਆ ਸੀਗਾ ਨਰਵ ਸੈੱਲ ਜਿਹੜੇ ਬੋਲਦੇ ਆ ਬ੍ਰੇਨ ਦੇ ਵਿੱਚ ਹੁੰਦੇ ਨੇ ਉਹੀ ਮੈਮਰੀ ਕੰਟਰੋਲ ਕਰਦੇ ਆ। ਜਿੱਦਾਂ ਸ਼ਾਰਟ ਟਰਮ ਮੈਮਰੀ, ਲੌਂਗ ਟਰਮ ਮੈਮਰੀ, ਹਿਪੋਕੈਂਪਸ ਹੁੰਦਾ ਨਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ, ਹਿਪੋਕੈਂਪਸ ਇਟ ਕਨਵਰਟ ਸ਼ਾਰਟ ਟਰਮ ਮੈਮਰੀ ਇਨਟੂ ਲੌਂਗ ਟਰਮ ਮੈਮਰੀ। ਅਗਰ ਨਰਵ ਸੈੱਲ ਹੀ ਨਾ ਹੋਣਗੇ ਹਿਪੋਕੈਂਪਸ, ਸ਼ਾਰਟ ਟਰਮ ਮੈਮਰੀ ਵੀ ਨਹੀਂ ਸਟੋਰ ਕਰ ਪਾਏਗਾ, ਲੌਂਗ ਟਰਮ ਮੈਮਰੀ ਵੀ ਨਹੀਂ। ਠੀਕ ਹੈ ਨਾ। ਹੁਣ ਦੇਖੋ ਸਾਡੇ ਬ੍ਰੇਨ ਦੇ ਕਈ ਏਰੀਆਜ਼ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਬ੍ਰੇਨ ਦੇ ਸੈੱਲ ਤੇ ਐਕਟ ਕਰਦਾ ਆ ਜਿਹੜੇ ਮੈਮਰੀ ਕੰਟਰੋਲ ਕਰਦੇ ਆ, ਫਿਰ ਹਿਪੋਕੈਂਪਸ ਹੈ ਨਾ। ਆਫਟਰ ਡੈਟ ਹੌਲੀ 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 ਲੇਟਰ ਆਨ ਸੈਰੀਬਰਲ ਕੋਰਟੈਕਸ ਤੇ ਐਕਟ ਕਰਦਾ ਆ। ਐਲਜ਼ਾਈਮਰ ਡਿਜ਼ੀਜ਼ ਜਿਹੜੀ ਲੈਂਗੁਏਜ, ਰੀਜ਼ਨਿੰਗ ਕੰਟਰੋਲ ਕਰਦੀ ਆ, ਜੱਜਮੈਂਟ ਕੰਟਰੋਲ ਕਰਦੀ ਆ ਸਾਡੀ ਬੋਡੀ 'ਚ, ਉਹਦੇ ਨਾਲ ਪਰਸਨੈਲਿਟੀ ਚੇਂਜਸ ਆਣੇ ਸ਼ੁਰੂ ਹੋ ਜਾਂਦੇ। ਜਿੱਦਾਂ ਜਿੱਦਾਂ ਬਿਮਾਰੀ ਸਵੀਅਰ ਹੋਈ ਜਾਂਦੀ ਆ ਉੱਦਾਂ ਉੱਦਾਂ ਉਹਦਾ ਪ੍ਰੋਗਰੈਸ਼ਨ ਜਿੱਦਾਂ ਵੱਧਦਾ ਆ, ਬਿਮਾਰੀ ਸਵੀਅਰ ਹੁੰਦੀ ਰਹਿੰਦੀ ਹੈ। ਹੌਲੀ ਹੌਲੀ ਬਾਕੀ ਵੀ ਸਾਰੇ ਏਰੀਆ ਇਹ ਕਵਰ ਕਰ ਲੈਂਦਾ, ਜਿੱਦਾਂ ਕਿ ਜਿਹੜੇ ਤੁਹਾਡੇ ਚੱਲਣਾ ਫਿਰਨਾ, ਰਿਸਪੌਂਸ ਦੇਣਾ ਕਿਸੇ ਚੀਜ਼ ਨੂੰ, ਕੈਲਕੂਲੇਸ਼ਨ ਵਾਲਾ ਏਰੀਆ ਸਭ ਹੌਲੀ ਹੌਲੀ ਖਤਮ ਕਰ ਦਿੰਦਾ। ਸੋ ਐਲਜ਼ਾਈਮਰ ਡਿਜ਼ੀਜ਼ ਇਜ਼ ਵੈਰੀ ਡੇਂਜਰਸ, ਓਕੇ, characterized by loss of mental ability। ਹੁਣ ਪੈਥੋਫਿਜ਼ੀਓਲੋਜੀ ਚ ਕੀ ਲਿਖਣਾ ਤੁਸੀਂ, ਕਹਿੰਦੇ ਆ ਕਿ ਜਦੋਂ ਬੰਦੇ ਦੀ ਆਟੋਪਸੀ ਕਰਦੇ ਆ, ਉਹਦਾ ਪੋਸਟਮਾਰਟਮ ਕਰਦੇ ਆ, ਪੋਸਟਮਾਰਟਮ ਕਿਸੇ ਪਰਸਨ ਦਾ, ਉਹਦੇ ਵਿੱਚ ਇਹੀ ਕੁਝ ਤਾਂ ਚੈੱਕ ਕਰਦੇ ਨਾ। ਮੰਨ ਲਓ ਕਿਸੇ ਪਰਸਨ ਨੂੰ ਏਡੀ ਸੀਗੀ, ਐਲਜ਼ਾਈਮਰ ਡਿਜ਼ੀਜ਼, ਉਹਨਾਂ ਨੇ ਜਦੋਂ ਮਰਿਆ ਉਹਦਾ ਪੋਸਟਮਾਰਟਮ ਕਰਨਾ ਸ਼ੁਰੂ ਕਰ ਦਿੱਤਾ। ਸਭ ਬ੍ਰੇਨ ਦੀ ਪ੍ਰੋਬਲਮ ਆ, ਬ੍ਰੇਨ ਦਾ ਕੀਤਾ। ਉਹਨਾਂ ਨੇ ਦੇਖਿਆ ਕਿ ਜਦੋਂ ਉਸ ਪਰਸਨ ਦਾ ਬ੍ਰੇਨ ਜਿਹੜਾ ਈਡੀ ਤੋਂ ਅਫੈਕਟਡ ਸੀ ਉਹ ਕਲੌਗਡ ਕਰ ਜਾਂਦਾ ਵਿਦ ਟੂ ਐਬਨੋਰਮਲ ਸਟਰਕਚਰਸ। ਉਹਨਾਂ ਨੇ ਦੇਖਿਆ ਐਲਜ਼ਾਈਮਰ ਡਿਜ਼ੀਜ਼ ਵਾਲੇ ਪਰਸਨ ਦੇ ਵਿੱਚ ਨਾਰਮਲ ਬ੍ਰੇਨ ਤੋਂ ਇਲਾਵਾ ਕੁਝ ਐਬਨੋਰਮਲ ਚੀਜ਼ਾਂ ਬਣੀਆਂ ਹੋਈਆਂ। ਦੋ ਦੋ ਅਲੱਗ ਚੀਜ਼ਾਂ ਉਹਨਾਂ ਨੇ ਦੇਖੀਆਂ ਦਿਮਾਗ ਦੇ ਵਿੱਚ। ਪਹਿਲੀ ਦੇਖੀ ਨਿਊਰੋ ਫਿਬਰਿਲਰੀ ਟੈਂਗਲਸ ਐਂਡ ਐਮੀਲੋਇਡ ਪਲੇਕ। ਉਹਨਾਂ ਨੇ ਨਾਮ ਦਿੱਤਾ ਜਿੱਦਾਂ ਦੇ ਉਹ ਦਿਸਦੇ ਸੀਗੇ। ਫਸਟ ਕੀ ਦੇਖਿਆ ਉਹਨਾਂ ਨੇ ਬ੍ਰੇਨ 'ਚ, ਨਿਊਰੋ ਫਿਬਰਿਲਰੀ ਟੈਂਗਲਸ, NFT, ਨਿਊਰੋ ਫਿਬਰਿਲਰੀ ਟੈਂਗਲਸ ਐਂਡ ਐਮੀਲੋਇਡ ਪਲੇਕ। ਹੁਣ ਜਿਹੜੇ ਨਿਊਰੋ ਫਿਬਰਿਲਰੀ ਟੈਂਗਲਸ ਮੈਂ ਤੁਹਾਨੂੰ ਦੱਸਿਆ ਉਹ ਕੀ ਹੁੰਦੇ ਨੇ, ਬੇਸਿਕਲੀ ਟਵਿਸਟਡ ਮਾਸ ਆਫ ਪ੍ਰੋਟੀਨ ਫਾਈਬਰ ਇਨਸਾਈਡ ਨਰਵ ਸੈਲਸ। ਉਹਨਾਂ ਨੇ ਕੀ ਦੇਖਿਆ, ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਨਰਵ ਸੈੱਲ ਜਿਹਨੂੰ ਨਿਊਰੋਨ ਬੋਲਦੇ ਉਹ ਡੈਮੇਜ ਹੋ ਜਾਂਦੇ ਇਸ ਕੇਸ 'ਚ, ਈਡੀ 'ਚ। ਕਿੱਦਾਂ ਡੈਮੇਜ ਹੁੰਦੇ ਆ, ਕਿਉਂਕਿ ਉਹਨਾਂ ਪਰਸਨਸ ਜਿਨ੍ਹਾਂ ਨੂੰ ਐਲਜ਼ਾਈਮਰ ਡਿਜ਼ੀਜ਼ ਆ ਉਹਨਾਂ ਦੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਜਾਂ ਨਰਵ ਸੈਲਸ ਹੈਗੇ ਆ ਉਹਨਾਂ ਵਿੱਚ ਨਿਊਰੋ ਫਿਬਰਿਲਰੀ ਟੈਂਗਲਸ ਬਣ ਜਾਂਦੀਆਂ, ਜਿਹੜੀਆਂ ਕੀ ਹੁੰਦੀਆਂ, ਟਵਿਸਟਡ ਮਾਸ ਆਫ ਪ੍ਰੋਟੀਨ ਫਾਈਬਰਸ। ਠੀਕ ਹੈ ਨਾ। ਉਹ ਜਿਹੜੀ ਟਵਿਸਟਡ ਮਾਸ ਹੀ ਬਣ ਗਿਆ ਕਿਸੇ ਨਿਊਰੋਨ ਦੇ ਵਿੱਚ, ਤੇ ਉਹ ਨਿਊਰੋਨ ਕਿੱਦਾਂ ਸਟੇਬਲਾਈਜ਼ ਰਹਿ ਸਕਦਾ। ਇੱਕ ਨਾਰਮਲ ਚੀਜ਼ ਆ, ਹੈ ਨਾ। ਇੱਕ ਕਾਰ ਆ, ਕਾਰ ਦੇ ਵਿੱਚ 4 ਬੰਦੇ ਸਫ਼ਰ ਕਰਦੇ ਆ, ਅਗਰ ਉਹਦੇ ਵਿੱਚ ਤੁਸੀਂ 12 ਬੰਦੇ ਬਿਠਾ ਦੋਗੇ ਤਾਂ ਡੈਫੀਨੇਟਲੀ ਕਾਰ ਜਾਂ ਤਾਂ ਡਿੱਗੋਗੇ ਕਿਤੇ, ਐਕਸੀਡੈਂਟ ਹੋਊਗਾ, ਜਾਂ ਪੁਲਿਸ ਵਾਲੇ ਰੋਕ ਲੈਣਗੇ। ਮਤਲਬ ਕੁਛ ਨਾ ਕੁਛ ਨੋਰਮਲ ਹੈਪਨ ਹੋਊਗਾ। ਸੋ ਇਹੀ ਚੀਜ਼ ਇੱਥੇ। ਤੇ ਜਿਹੜੇ ਅਮਾਈਲੋਇਡ ਪਲੇਕ ਹੈਗੇ ਆ ਉਹ ਕੀ ਚੀਜ਼ਾਂ ਹੁੰਦੀਆਂ, ਇਟ ਕੰਸਿਸਟ ਆਫ ਇਨਸੋਲੂਬਲ ਡੈਪੋਜ਼ਿਟ ਆਫ ਬੀਟਾ ਅਮਾਈਲੋਇਡ, ਜਿਹੜਾ ਉਹ ਵੀ ਪ੍ਰੋਟੀਨ ਹੀ ਹੁੰਦਾ, ਇੱਕ ਪ੍ਰੋਟੀਨ ਪ੍ਰੀਕਰਸਰ। ਉਹ ਵੀ ਨਰਵ ਸੈੱਲ ਦੇ ਵਿੱਚ ਜਿਹੜੇ ਤੁਹਾਡੇ ਨਿਊਰੋਨਸ ਉਹਨਾਂ ਵਿੱਚ ਪੈ ਜਾਂਦਾ। ਸੋ ਇਟ ਕ੍ਰੀਏਟ ਅ ਪ੍ਰੋਬਲਮ ਔਰ ਕਾਜ਼ ਡੈਥ ਆਫ ਨਿਊਰੋਨਸ। ਨਾਰਮਲ ਕਮਿਊਨੀਕੇਸ਼ਨ ਜਿਹੜੀ ਬ੍ਰੇਨ ਦੀ ਆ ਅਦਰ ਪਾਰਟਸ ਆਫ ਬ੍ਰੇਨ ਨੂੰ ਖਤਮ ਕਰ ਦਿੰਦਾ, ਲੀਡਿੰਗ ਟੂ ਦਾ ਡੈਥ ਆਫ ਨਿਊਰੋਨ। ਸੋ ਉਹਨਾਂ ਨੇ ਜਿਹੜੇ
ਨੇ ਕਿਹਾ ਆ ਤੁਹਾਡੀ ਜਿਹੜੀ ਆ ਬੁੱਕ ਹੈਗੀ ਆ ਪੀਬੀ ਵਾਲੀ ਬੁੱਕ ਹੈਗੀ ਆ ਜਿੱਥੋਂ ਮੈਂ ਕਰਵਾ ਰਿਹਾ ਮੀਨੀਆ ਕਰਨਾ ਵਿਜੇ ਕੁਮਾਰ ਤੋਂ ਕੀ ਆ ਦਸਾਈ ਮੋਹਿਤ ਬੰਸਲ ਜਿਹੜੀ ਪੀਬੀ ਦੀ ਬੁੱਕ ਤੋਂ ਕਰਨਾ ਅਲਜ਼ਾਈਮਰ ਡਿਜ਼ੀਜ਼ ਮੈਂ ਨੋਟਸ ਪਾ ਦਾਂਗਾ ਕੱਲ ਵਾਲੇ ਵੀ ਪਾਏ ਨਹੀਂ ਆ ਹੁਣੇ ਮੈਂ ਪਾ ਦਿੰਦਾ ਜਸਟ ਆਫਟਰ ਦਾ ਲੈਕਚਰ ਹੁਣ ਕਹਿੰਦੇ ਆ ਕਿ ਦੋ ਤਰ੍ਹਾਂ ਦੇ ਅਲਜ਼ਾਈਮਰ ਡਿਜ਼ੀਜ਼ ਐਗਜ਼ਿਸਟ ਕਰਦੇ ਆ ਇੱਕ ਹੁੰਦੇ ਆ FED F ਫॉर ਫੈਮਿਲੀਅਲ ਅਲਜ਼ਾਈਮਰ ਡਿਜ਼ੀਜ਼ ਫੈਮਿਲੀਅਲ ਮਤਲਬ ਇਨਹੈਰੀਟਡ ਤੁਹਾਡੇ ਫੋਰ ਫਾਦਰਸ ਤੋਂ ਤੁਹਾਡੇ ਤੱਕ ਆਈ ਆ ਚੀਜ਼ ਐਂਡ ਸੈਕਿੰਡ ਵਨ ਇਜ਼ sporadic ED with non obvious inheritance pattern ਇਹਦਾ ਨਹੀਂ ਪਤਾ ਲੱਗਾ ਕਿ ਕਿੱਦਾਂ ਹੁੰਦੀ ਹੈ ਐਕਸਕਿਊਜ਼ ਮੀ ਹੈਲੋ ਹਾਂਜੀ ਹਾਂਜੀ ਮੈਂ ਲੈਕਚਰ ਲੈ ਰਿਹਾ ਮੈਂ ਕਰਦਾ ਸੋ ਤੁਹਾਨੂੰ ਪਤਾ ਲੱਗ ਗਿਆ ਨਾ ਅਲਜ਼ਾਈਮਰ ਡਿਜ਼ੀਜ਼ ਹੁੰਦੀ ਕੀ ਹੈ ਇਹਦਾ ਬੇਸਿਕ ਕਾਰਨ ਕੀ ਹੈ ਤੁਸੀਂ ਦੱਸ ਸਕਦੇ ਤਰਨ ਜਿਹੜੀ ਮੈਂ ਚੀਜ਼ ਦੱਸੀ ਕਿਉਂ ਹੁੰਦੀ ਹੈ ਤਰਨ ਐਨੀਬਡੀ ਐਲਸ ਸੇ ਇਹਦੇ ਚ ਇਨਐਬਿਲਿਟੀ ਹੋ ਜਾਂਦੀ ਹੈ ਕੈਲਕੂਲੇਟ ਕਰਨ ਦੀ ਰੀਡ ਕਰਨ ਦੀ ਸਪੇਸ ਫਾਈਂਡ ਕਰਨ ਦੀ ਕਿਉਂ ਹੁੰਦੀ ਹੈ ਮੈਂ ਤੁਹਾਨੂੰ ਇੱਕ ਇਹਦਾ ਨਟਸ਼ੈਲ ਇੱਕੋ ਚੀਜ਼ ਦੱਸੀ ਹੈ ਜਿਹੜਾ ਇਹਦਾ ਕੀਵਰਡ ਹੈ ਜਿਹੜਾ ਤੁਸੀਂ ਦਿਮਾਗ 'ਚ ਰੱਖਣਾ ਪੇਸ਼ੈਂਟ ਦੇ ਨਿਊਰੋਨਸ ਜਾਂ ਨਰਵ ਸੈੱਲ ਹੀ ਡੈਮੇਜ ਹੋ ਜਾਂਦੇ ਆ ਸਮਝ ਲੱਗੀ ਯੈਸ ਸਰ ਪੇਸ਼ੈਂਟ ਦੇ ਜਿਹੜੇ ਬ੍ਰੇਨ ਸੈੱਲ ਆ ਜਿਹਨੂੰ ਨਿਊਰੋਨ ਬੋਲਦੇ ਆ ਉਹੀ ਡੈਮੇਜ ਹੋ ਗਿਆ ਤਾਂ ਬਾਕੀ ਤਾਂ ਸਾਰਾ ਕੰਮ ਫਿਰ ਉਹਦੇ ਨਾਲ ਲਿੰਕ 'ਚ ਹੈ ਨਾ ਕਿ ਮੈਮਰੀ ਲਾਸ ਹੋ ਗਈ ਮੋਬਿਲਿਟੀ ਘਟ ਗਈ ਕੈਲਕੂਲੇਸ਼ਨ ਨਹੀਂ ਕਰ ਸਕਦਾ ਬਹਿ ਨਹੀਂ ਸਕਦਾ ਕਿਸੇ ਦੇ ਨਾਲ ਯਾਦ ਨਹੀਂ ਰੱਖ ਸਕਦਾ ਸੋ ਇਹ ਚੀਜ਼ ਆ ਫੋਰਥ ਮੇਜਰ ਕਾਜ਼ ਆਫ ਡੈਥ ਹੈ ਤੇ ਮੈਕਸਿਮਮ ਇਹ ਕੀ ਜੈਨੇਟਿਕਲੀ ਇਨਹੈਰੀਟਡ ਹੁੰਦਾ ਨਾ ਹੁਣ ਇਹਦੀ ਕਹਿੰਦੇ ਡਾਇਗਨੋਸਿਸ ਕਿੱਦਾਂ ਹੁੰਦੀ ਹੈ ਬੇਸਿਕ ਇਹ ਚੀਜ਼ਾਂ ਚੈੱਕ ਕਰਨ ਲਈ ਕੀ ਕਰੋਗੇ ਤੁਸੀਂ ਡਾਕਟਰ ਕੀ ਕਰਦਾ ਉਹਦਾ ਓਰਲ ਐਂਡ ਰਿਟਨ ਟੈਸਟ ਲੈਂਦੇ ਆ ਸਭ ਤੋਂ ਪਹਿਲਾਂ ਉਹਦੇ ਨਾਲ ਟੈਸਟ ਆਫ ਮੈਂਟਲ ਸਟੇਟਸ ਦਾ ਪਤਾ ਲੱਗ ਜਾਂਦਾ ਫੰਕਸ਼ਨ ਐਬਿਲਿਟੀਜ਼ ਮੈਮਰੀ ਐਂਡ ਕੰਸੈਂਟਰੇਸ਼ਨ ਓਰਲ ਐਂਡ ਰਿਟਨ ਟੈਸਟ ਇਹ ਵੈਲੂਏਸ਼ਨ ਲਈ ਬਹੁਤ ਆ ਮੋਰ ਦੈਨ ਇਨਫ ਹੈ ਡਾਕਟਰ ਨੂੰ ਪਤਾ ਲੱਗ ਜਾਂਦਾ ਹੈ ਨਾ ਹੁਣ ਜਿਹੜੇ ਕਹਿੰਦੇ ਆ ਟ੍ਰੀਟਮੈਂਟ ਕੀ ਦਿੱਤਾ ਜਾ ਸਕਦਾ ਇਹਨਾਂ ਨੂੰ ਕਹਿੰਦੇ ਜਿਹੜੇ ਵੀ ਪੀਪਲ ਈਡੀ ਤੋਂ ਅਫੈਕਟਡ ਆ ਉਹ ਜ਼ਿਆਦਾ ਡਿਪਰੈਸਡ ਰਹਿੰਦੇ ਆ ਨੀਂਦ ਨਹੀਂ ਆਉਂਦੀ ਭੁੱਖ ਘੱਟ ਲੱਗਦੀ ਆ ਹੈਲਥ ਕਮਜ਼ੋਰ ਹੁੰਦੀ ਆ ਅਦਰ ਸਿੰਪਟਮਸ ਲਾਈਕ ਹੈਲੂਸੀਨੇਸ਼ਨ ਡਿਲੂਸ਼ਨ ਇਹ ਆਉਂਦੇ ਰਹਿੰਦੇ ਨੇ ਹੁਣ ਇਹਦੇ ਵਿੱਚ ਡਰੱਗਸ ਕਿਹੜੀਆਂ ਦਿੱਤੀਆਂ ਜਾਂਦੀਆਂ ਵੈਸੇ ਦਿਸ ਇਜ਼ ਦਾ ਪਾਰਟ ਆਫ ਫਾਰਮਾਕੋਲੋਜੀ ਬਟ ਅਗਰ ਯਾਦ ਕਰ ਸਕਦੇ ਕਰ ਲੈਣਾ ਕਹਿੰਦੇ ਆ the drugs for the treatment of ED symptom act by increasing the level of chemical neurotransmitter in the brain to make up for decreased communication ability ਮਤਲਬ ਕਿ ਆਪਾਂ ਐਡੀਸ਼ਨਲੀ ਬਾਹਰੋਂ ਨਿਊਰੋਟ੍ਰਾਂਸਮਿਟਰ ਦਿੰਦੇ ਆ ਕੁਝ ਇੱਧਰ ਹੀ ਡਰੱਗਸ ਦਿੰਦੇ ਆ ਜਿਹੜੀ ਨਿਊਰੋਟ੍ਰਾਂਸਮਿਟਰ ਦਾ ਲੈਵਲ ਵਧਾ ਦਿੰਦੀ ਹੈ ਉਹਦੇ ਨਾਲ ਕੀ ਹੈ ਕਿ ਜਿਹੜੀ ਕਮਿਊਨੀਕੇਸ਼ਨ ਦੀ ਐਬਿਲਿਟੀ ਘਟ ਜਾਂਦੀ ਹੈ ਯਾਦ ਕਰਨ ਦੀ ਉਹ ਵੱਧ ਜਾਏ ਡੋਨੀਪੈਜ਼ਿਲ ਦਵਾਈ ਹੁੰਦੀ ਹੈ ਇੱਕ ਕਲੈਂਟਾਮੀਨ ਰੈਵਾਸਟਿਗਮੀਨ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਟੂ ਟ੍ਰੀਟ ਈਡੀ ਕਹਿੰਦੇ ਅੱਗੇ ਜਿਹੜੀ ਈਡੀ ਵਾਲੇ ਪੇਸ਼ੈਂਟ ਨੂੰ ਨਰਸਿੰਗ ਕੇਅਰ ਐਂਡ ਸੇਫਟੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਨਰਸਿੰਗ ਕੇਅਰ ਐਂਡ ਐਬਿਲਿਟੀ ਕਿਉਂ ਕਿਉਂਕਿ ਉਹ ਨਾ ਡਰੈਸਿੰਗ ਕਰ ਸਕਦੇ ਆ ਨਾ ਫੀਡ ਖਾ ਸਕਦੇ ਆ ਨਾ ਬੈਠ ਸਕਦੇ ਆ ਨਾ ਨਹਾ ਸਕਦੇ ਆ ਨਾ ਟਾਇਲਟ ਜਾ ਸਕਦੇ ਆ ਆਪਣੇ ਆਪ ਸੋ ਨਰਸਿੰਗ ਕੇਅਰ ਜ਼ਰੂਰੀ ਆ ਉੱਥੇ
ਔਰ ਕਹਿੰਦੇ ਆ ਕਿ ਜਿਹੜੇ ਪੇਸ਼ੈਂਟ ਹੁੰਦੇ ਨੇ ਏਡੀ ਦੇ ਉਹਨਾਂ ਸਭ ਤੋਂ ਜ਼ਿਆਦਾ ਚਾਂਸ ਹੁੰਦੇ ਆ ਲਾਈਫ ਥ੍ਰੈਟਨਿੰਗ ਇਨਫੈਕਸ਼ਨ ਹੋਣ ਦੇ, ਲਾਈਕ ਨਿਮੋਨੀਆ ਸੇ ਕਾਮਨ ਹੋ ਜਾਂਦਾ ਨਾ। ਹੁਣ ਦੇਖੋ ਇਹਦੀ ਪ੍ਰੀਵੈਂਸ਼ਨ ਕਿੱਦਾਂ ਕਰ ਸਕਦੇ ਆ ਏਡੀ ਦੀ। ਡੈਫੀਨੇਟਲੀ ਕਿ ਜਿਹੜੀ ਅਟੋਪਸੀ ਕਰਨ ਤੇ ਪਤਾ ਲੱਗਾ ਸੀ ਉਹਦੇ ਬ੍ਰੇਨ ਦੇ ਵਿੱਚ ਕੀ ਸੀ, ਨਿਊਰੋਫਿਬਰਿਲਰ ਕੀ ਸੀ, ਨਿਊਰੋਫਿਬਰਿਲਰੀ ਐਂਡ ਅਮਾਈਲੋਇਡ, ਠੀਕ ਹੈ। ਇਹ ਦੋ ਚੀਜ਼ਾਂ ਲੱਭੀਆਂ ਸੀ ਨਾ ਦਿਮਾਗ 'ਚ। ਸੋ ਆਪਾਂ ਪ੍ਰੀਵੈਂਸ਼ਨ ਕਰਨੀ ਹੈ, ਸਾਡਾ ਫੋਕਸ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਨਾ ਬ੍ਰੇਨ 'ਚ ਬਣਨ, ਸੋ ਡੈਟ ਤੁਹਾਡੇ ਨਿਊਰੋਨ ਨਾ ਡੈਮੇਜ ਹੋਣ, ਨਰਵ ਸੈਲਸ, ਤੇ ਬੰਦਾ ਬਚ ਜਾਵੇ, ਐਲੀਮੀਨੇਸ਼ਨ ਹੋ ਜਾਏਗੀ ਹੈ ਨਾ। ਤੇ ਇੱਕ ਆਪਾਂ ਇਹ ਕਹਿੰਦੇ ਆ ਕਿ ਸਾਇੰਟਿਸਟ ਨੂੰ ਰਿਸਰਚ ਕਰਕੇ ਇੱਕ ਏਡੀ ਦੀ ਵੈਕਸੀਨ ਬਣਾ ਦੇਣੀ ਚਾਹੀਦੀ ਹੈ। ਜਿੱਦਾਂ ਕਰੋਨਾ ਦੇ ਨਾ ਕੋਵਿਡ ਤੇ ਵੈਕਸੀਨ ਬਣੀ ਹੈ, ਅਗਰ ਏਡੀ ਤੇ ਵੈਕਸੀਨ ਬਣੀ ਹੁੰਦੀ ਤੇ ਬਹੁਤ ਦੁਨੀਆ ਬਚ ਜਾਣੀ ਸੀ ਜਾਂ ਅੱਗੇ ਬਚੇਗੀ। ਠੀਕ ਹੈ ਬੇਟਾ, ਇਹ ਤੁਹਾਡੇ ਅੱਜ ਟੌਪਿਕ ਸੀਗੇ ਦੋ, ਮੀਨੀਆ ਐਂਡ ਅਲਜ਼ਾਈਮਰ ਡਿਜ਼ੀਜ਼। ਕੀ ਕਰਨਾ ਤੁਸੀਂ ਰਿਵਾਈਜ਼ ਕਰੋ, ਕਿਉਂਕਿ ਹੁਣੇ ਜਿਹੜੇ 10-15 ਮਿੰਟ ਤੁਸੀਂ ਲਾ ਲਓਗੇ ਇਟ ਵਿਲ ਹੈਲਪ ਯੂ। ਜਿਹੜਾ ਤੁਹਾਨੂੰ ਦੱਸਿਆ ਨਾ ਹਿਪੋਕੈਂਪਸ ਹੁੰਦਾ, ਇਟ ਕਨਵਰਟ ਸ਼ਾਰਟ ਟਰਮ ਮੈਮਰੀ ਇਨਟੂ ਲੌਂਗ ਟਰਮ ਮੈਮਰੀ, ਉਹਦੇ ਵਿੱਚ ਸਟੋਰ ਕਰੋ ਤਾਂ ਜੋ ਤੁਹਾਡੇ ਪੇਪਰਾਂ 'ਚ ਕੰਮ ਆਵੇ, ਹੈ ਨਾ। ਠੀਕ ਹੈ ਬੇਟਾ, ਓਕੇ ਸਰ। ਅਟੈਂਡੈਂਸ ਲਾਓ, ਨੋਟਸ ਤੁਹਾਨੂੰ ਕਲਾਸਰੂਮ 'ਚ ਮਿਲ ਜਾਣਗੇ। ਡਿਪਰੈਸ਼ਨ, ਸਾਈਕੋਸਿਸ, ਮੀਨੀਆ ਐਂਡ ਐਲਜ਼ੀਮਰ। Okay, sir.